ਹੈਲੋ ਸਟੂਡੈਂਟਸ, ਅੱਜ ਦਾ ਆਪਣਾ ਟੌਪਿਕ ਹੈਗਾ 4th ਚੈਪਟਰ ਦੇ ਵਿੱਚੋਂ ਟੈਕਨੋਲੋਜੀ ਨਾਲ ਰਿਲੇਟਡ, ਜੋ ਕਿ ਆਪਾਂ ਪਹਿਲਾਂ ਨੈਨੋ ਟੈਕਨੋਲੋਜੀ ਬਾਰੇ ਪੜ੍ਹ ਚੁੱਕੇ ਹਾਂ। 5G ਟੈਕਨੋਲੋਜੀ 5G ਟੈਕਨੋਲੋਜੀ ਬੇਸਿਕਲੀ ਹਜੇ ਆਈ ਨਹੀਂ ਹੈਗੀ ਆਪਣੀ ਇੰਡੀਆ ਦੇ ਵਿੱਚ, ਬਟ ਕਾਫੀ ਜਗ੍ਹਾ ਦੇ ਉੱਪਰ ਇਹ ਇੰਪਲੀਮੈਂਟ ਹੋ ਚੁੱਕਿਆ। 5G ਆਪਣੇ ਕੋਲ 4G ਚੱਲਦਾ, ਤੁਸੀਂ ਨਾਮ ਦੇਖ ਸੁਣੀ ਹੋਊਗਾ 4G ਟੈਕਨੋਲੋਜੀ। ਤਾਂ 4th ਜਨਰੇਸ਼ਨ ਫੁੱਲ ਫਾਰਮ ਹੁੰਦੀ ਹੈ 4th ਜਨਰੇਸ਼ਨ। 5G ਮਤਲਬ 5th ਜਨਰੇਸ਼ਨ ਟੈਕਨੋਲੋਜੀ। ਮੋਬਾਈਲ ਫੋਨ ਇੰਟਰਨੈਟ ਦੇ ਨਾਲ ਰਿਲੇਟਡ, ਮੋਬਾਈਲ ਫੋਨਸ ਦੇ ਉੱਪਰ ਜੋ ਆਪਣੇ ਚੱਲ ਰਿਹਾ ਨੈੱਟ, ਉਹਦੇ ਨਾਲ ਰਿਲੇਟਡ ਹੁੰਦੀ ਹੈ, ਇੰਟਰਨੈਟ ਦੇ ਨਾਲ ਰਿਲੇਟਡ। ਤਾਂ 5G ਜਿਹੜੀ ਅਗਲੀ ਪੀੜ੍ਹੀ ਦੀ ਵਾਇਰਲੈਸ ਟੈਕਨੋਲੋਜੀ, ਇਹ ਵੀ ਵਾਇਰਲੈਸ ਹੀ ਹੈ, ਜਿਹੜੀ ਕਿ 3G ਜਾਂ 4G ਤੋਂ ਬਹੁਤ ਅਗਾਂਹ ਵਧੂ ਹੈ। 5G ਨੈਟਵਰਕ ਲੋਕਾਂ ਨੂੰ ਆਪਸ ਵਿੱਚ ਜੋੜਨ ਦੇ ਨਾਲ ਨਾਲ ਮਸ਼ੀਨਾਂ ਉਪਕਰਨਾਂ ਨੂੰ ਆਪਸ ਵਿੱਚ ਜੋੜਨ ਦਾ ਅਤੇ ਕੰਟਰੋਲ ਦਾ ਕੰਮ ਕਰੇਗਾ। ਇਹਦੇ ਵਿੱਚ ਸਿਰਫ ਇਹ ਨਹੀਂ ਹੈ ਕਿ ਇਕੱਲੇ ਲੋਕ ਹੀ ਮਤਲਬ ਕਿ ਕਮਿਊਨੀਕੇਟ ਕਰ ਪਾਉਣਗੇ, ਇਹਦੇ ਵਿੱਚ ਮਸ਼ੀਨ ਉਪਕਰਨ ਵੀ ਆਪਸ ਦੇ ਵਿੱਚ ਜੋੜੇ ਜਾ ਸਕਦੇ ਆ। 5G 2G 3G 4G ਤੋਂ ਕਿਤੇ ਬਿਹਤਰ ਹੈ। 5G 4G ਤੋਂ 100 ਗੁਣਾ ਤੇਜ਼ ਹੋਊਗਾ, ਡਾਟਾ ਸਪੀਡ ਬਹੁਤ ਜ਼ਿਆਦਾ ਹੋਊਗੀ। ਆਪਾਂ ਦੇਖਦੇ ਨੈੱਟ ਦੀ ਸਪੀਡ ਕਈ ਵਾਰ ਸਲੋ ਹੁੰਦੀ ਆ, 5G ਆਏਗਾ ਤਾਂ ਸਪੀਡ ਬਹੁਤ ਜ਼ਿਆਦਾ 100 ਗੁਣਾ ਜ਼ਿਆਦਾ ਕਰ ਦਿੱਤੀ ਜਾਏਗੀ 4G ਨਾਲੋਂ ਵੀ। ਇਸ ਦੀ ਇੰਟਰਨੈਟ ਸਪੀਡ 20 Gbps ਤੋਂ ਵੀ ਵੱਧ ਹੋਵੇਗੀ। ਇੰਟਰਨੈਟ ਸਪੀਡ ਜਿਹੜੀ ਹੈਗੀ ਆ ਉਹਦੀ 20 Gbps ਗੀਗਾਬਾਈਟਸ ਦੇ ਵਿੱਚ। ਹੁਣ ਮਤਲਬ ਕਿ ਹੁਣ ਆਪਣੇ ਕੋਲ ਜਿਹੜੀ ਸਪੀਡ ਚੱਲਦੀ ਆ ਉਹ ਮੈਗਾਬਿਟਸ ਚੱਲਦੀ ਹੈ, ਹੈ ਨਾ। ਗੀਗਾਬਿਟਸ ਦੇ ਵਿੱਚ ਚੱਲਣਾ, ਗੀਗਾਬਿਟਸ ਦੇ ਵਿੱਚ ਹੋਊਗੀ ਉਹ ਵੀ 20 ਗੀਗਾਬਿਟਸ ਤੱਕ ਚੱਲੂਗੀ ਪਰ ਸੈਕਿੰਡ, ਤਾਂ ਕਿ ਵੱਡੀ ਮਾਤਰਾ ਵਿੱਚ ਮੌਜੂਦਾ ਡਾਟਾ ਆਸਾਨੀ ਨਾਲ ਡਾਊਨਲੋਡ ਅਤੇ ਅਪਲੋਡ ਕੀਤਾ ਜਾ ਸਕੇ। ਜੋ ਡਾਟਾ ਗਾ ਆਪਾਂ ਜਿਹੜੀ ਡਾਊਨਲੋਡ ਕਰਦੇ ਹਾਂ, ਹੈ ਨਾ, ਇੰਟਰਨੈਟ ਤੋਂ ਬਹੁਤ ਕੁਛ ਡਾਊਨਲੋਡ ਕਰਦੇ ਹਾਂ, ਸਲੋ ਹੁੰਦਾ ਗਾ, ਜਾਂ ਕੁਛ ਅਪਲੋਡ ਕਰਦੇ ਹਾਂ ਉਹ ਵੀ ਸਲੋ ਹੁੰਦੀ ਹੈ ਪ੍ਰੋਸੈਸ, ਤਾਂ ਉਹਨੂੰ ਫਾਸਟ ਕਰਨ ਦੇ ਲਈ 5G ਲਿਆਤਾ ਜਾ ਰਿਹਾ। ਉਦਾਹਰਨ ਦੇ ਲਈ ਇਸ ਦੀ HD ਮੂਵੀ 1 ਮਿੰਟ, ਇਹਦੇ ਨਾਲ ਕੀ ਹੁੰਦਾ, ਜਿਹੜੀ HD ਮੂਵੀ ਆ ਉਹ 1 ਮਿੰਟ ਵਿੱਚ ਡਾਊਨਲੋਡ ਕੀਤੀ ਜਾ ਸਕਦੀ ਹੈ। ਬਟ ਇਹਦੇ ਵਿੱਚ ਬਹੁਤ ਚਲੋ ਟੈਕਨੋਲੋਜੀ ਆ ਰਹੀ ਹੈ, ਟੈਕਨੋਲੋਜੀ ਦੇ ਫਾਇਦੇ ਵੀ ਆ, ਬਟ ਟੈਕਨੋਲੋਜੀ ਦੇ ਨੁਕਸਾਨ ਵੀ ਆ। 5G ਆਉਣ ਨਾਲ ਨੁਕਸਾਨ ਬਹੁਤ ਜ਼ਿਆਦਾ ਹੋਣਗੇ, ਚਾਹੇ ਉਹ ਹਿਊਮਨ ਬੀਇੰਗਸ ਲਈ ਆ, ਚਾਹੇ ਉਹ ਆਪਣੀ ਜੋ ਵੀ ਇਨਵਾਇਰਮੈਂਟ ਹੈਗਾ ਉਹਦੇ ਵਾਸਤੇ ਬਹੁਤ ਹੀ ਮਾਰੂ ਸਿੱਟੇ ਨੇ। 5G ਦੀ ਜਿਹੜੀ ਜਿਵੇਂ ਜਿਵੇਂ ਟੈਕਨੋਲੋਜੀ ਅਪਗ੍ਰੇਡ ਹੋ ਰਹੀਆਂ ਨੇ, ਉਵੇਂ ਹੀ ਟੈਕਨੋਲੋਜੀਜ਼ ਦੇ ਜਿਹੜੇ ਨੇ ਆਪਾਂ ਨੂੰ ਨੁਕਸਾਨ ਵੀ ਭੁਗਤਣੇ ਪੈਣਗੇ। ਤਾਂ ਇਹਦੇ ਬਹੁਤ ਸਾਰੇ ਬੈਨੀਫਿਟਸ ਨੇ। ਅਲਟਰਾ ਲੋ ਕਾਸਟ ਹੋਏਗੀ, ਐਨਰਜੀ ਜ਼ਿਆਦਾ, ਡੀਪ ਕਵਰੇਜ, ਡੀਪ ਅਵੇਅਰਨੈਸ, ਹਾਈ ਸਿਕਿਉਰਿਟੀ, ਠੀਕ ਹੈ, ਸਭ ਕੁਛ ਇਹਦੀ ਐਡਵਾਂਟੇਜਸ ਨੇ। 5 ਟੈਕਨੋਲੋਜੀ ਦੇ ਕੀ ਲਾਭ ਨੇ? ਹਾਈ ਸਪੀਡ ਇੰਟਰਨੈਟ ਪ੍ਰਦਾਨ ਕਰੂਗਾ, ਠੀਕ ਹੈ। ਪਿੰਡਾਂ ਅਤੇ ਸ਼ਹਿਰਾਂ ਨੂੰ ਸਮਾਰਟ ਬਣਾਇਆ ਜਾ ਸਕਦਾ ਗਾ। ਇਹਦੀ ਹੈਲਪ ਨਾਲ ਵਰਚੁਅਲ ਰਿਐਲਿਟੀ ਵਰਗੀਆਂ ਤਕਨੀਕਾਂ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ, ਠੀਕ ਹੈ। ਸਪੇਸ ਗਲੈਕਸੀ ਹੋਰ ਗ੍ਰਹਿਆਂ ਨੂੰ ਦੇਖਣ ਵਿੱਚ ਬਹੁਤ ਆਸਾਨੀ ਹੋਵੇਗੀ। ਭੂਚਾਲ ਵਰਗੀਆਂ ਕੁਦਰਤੀ ਆਫਤਾਂ ਦਾ ਪਤਾ ਪਹਿਲਾਂ ਹੀ ਲਗਾਇਆ ਜਾ ਸਕਦਾ ਈਜ਼ਲੀ। 5G ਤੇਜ਼ ਡਾਊਨਲੋਡਿੰਗ ਅਪਲੋਡਿੰਗ ਕਰਨ ਦੀ ਪ੍ਰਭਾਵਸ਼ਾਲੀ ਗਤੀ ਪ੍ਰਦਾਨ ਕਰੇਗਾ। ਸਿੱਖਿਆ ਬਹੁਤ ਆਸਾਨ ਹੋ ਜਾਵੇਗੀ, ਕੋਈ ਵੀ ਵਿਦਿਆਰਥੀ ਬਿਨਾਂ ਕਿਸੇ ਸਮੱਸਿਆ ਦੀ ਵਿਸ਼ਵ ਦੇ ਕਿਸੇ ਵੀ ਸਿਰੇ ਤੋਂ ਗਿਆਨ ਪ੍ਰਾਪਤ ਕਰ ਸਕਦਾ। ਇਹਦੇ ਲਾਭ ਨੇ, ਬਟ ਇਹਦੀਆਂ ਹਾਨੀਆਂ ਵੀ ਬਹੁਤ ਸਾਰੀਆਂ ਜੋ ਕਿ ਇਹਦੇ 'ਚ ਮੈਂਸ਼ਨ ਨਹੀਂ ਕੀਤੀਆਂ ਗਈਆਂ। ਨੈਕਸਟ ਹੈ ਜੀ ਇੰਟਰਨੈਟ ਆਫ ਥਿੰਗਸ। ਇੰਟਰਨੈਟ ਆਫ ਥਿੰਗਸ ਕੀ ਹੁੰਦਾ? ਇੱਕ ਟੈਕਨੀਕ ਆ ਜਿਹਦੇ ਵਿੱਚ ਕੀ ਹੁੰਦਾ, ਜੋ ਕਿ ਮਨੁੱਖੀ ਜੀਵਨ ਨੂੰ ਵਧੇਰੇ ਸੁਖਾਲਾ ਅਤੇ ਆਰਾਮਦਾਇਕ ਬਣਾਉਣ 'ਤੇ ਕੇਂਦਰਿਤ ਆ। ਫੋਕਸ ਕਿੱਥੇ ਆ ਗਈ? ਫੈਸਿਲਿਟੀਜ਼ ਦਿੱਤੀਆਂ ਜਾਣ, ਮਤਲਬ ਕਿ ਜੋ ਮਨੁੱਖੀ ਜੀਵਨਾਂ ਨੂੰ ਕਿਵੇਂ ਸੁਖਾਲਾ ਕੀਤਾ ਜਾ ਸਕਦਾ। ਸੁਖਾਲਾ ਹੀ ਹੋ ਗਿਆ, ਹੁਣ ਹਰੇਕ ਚੀਜ਼ ਦੇ ਵਿੱਚ ਟੈਕਨੋਲੋਜੀ ਆ ਗਈ ਆ, ਇਨਸਾਨਾਂ ਦੇ ਕੰਮ ਘੱਟ ਗਏ ਆ ਟੈਕਨੋਲੋਜੀ ਨਾਲ ਹੀ। ਮਤਲਬ ਦੇਖੋ ਕੱਪੜੇ ਅੱਗੇ ਧੋਤੇ ਜਾ ਰਹੇ ਸੀ, ਮਸ਼ੀਨਸ, ਵਾਸ਼ਿੰਗ ਮਸ਼ੀਨਸ ਆ ਗਈਆਂ ਨੇ, ਮਾਈਕ੍ਰੋਵੇਵਸ ਆ ਗਏ ਖਾਣਾ ਬਣਾਉਣ ਦੇ ਲਈ, ਸਭ ਕੁਛ ਟੈਕਨੋਲੋਜੀ ਨਾਲ ਰਿਲੇਟਡ ਆ, ਤਾਂ ਜੀਵਨ ਤੋਂ ਪਹਿਲੇ ਹੀ ਸੁਖਾਲਾ ਗਾ। ਇੰਟਰਨੈਟ ਆਫ ਥਿੰਗਸ ਇੱਕ ਸਾਈਬਰ ਫਿਜ਼ੀਕਲ ਸਿਸਟਮ ਹੈ ਜੋ ਕਿ ਭੌਤਿਕ ਸੰਸਾਰ ਤੋਂ ਅੰਕੜੇ ਇਕੱਤਰ ਕਰਨ ਲਈ ਸੈਂਸਰਾਂ ਦੀ ਵਰਤੋਂ ਕਰਦਾ ਹੈ। ਇਹ ਇੱਕ ਦੂਜੇ ਨਾਲ ਜੁੜੇ ਡਿਜੀਟਲ ਉਪਕਰਨਾਂ ਅਤੇ ਵਸਤੂਆਂ ਆਦਿ ਦਾ ਇੱਕ ਨੈਟਵਰਕ ਹੁੰਦਾ ਹੈ। ਹਰੇਕ ਉਪਕਰਨ ਨੂੰ ਇੱਕ ਅਲੱਗ ਪਹਿਚਾਣ ID ਦਿੱਤੀ ਜਾਂਦੀ ਹੈ। ਇਸ ਤਕਨੀਕ ਵਿੱਚ ਉਪਕਰਨ ਇੱਕ ਦੂਜੇ ਨਾਲ ਕਨੈਕਟ ਹੋਣ ਲਈ, ਜਾਣਕਾਰੀ ਇਕੱਤਰ ਕਰਨ ਲਈ, ਇੱਕ ਦੂਜੇ ਨੂੰ ਜਾਣਕਾਰੀ ਅਤੇ ਡਾਟਾ ਆਦਿ ਭੇਜਣ ਲਈ ਵਾਇਰਡ ਜਾਂ ਵਾਇਰਲੈਸ ਮਾਧਿਅਮ ਦੀ ਵਰਤੋਂ ਕਰਦੇ ਹਨ। ਇਹਦੇ ਵਿੱਚ ਕੁਛ ਨਹੀਂ ਹੈ, ਇਹਦੇ ਵਿੱਚ ਜਿਹੜੇ ਉਪਕਰਨ ਹੁੰਦੇ, ਡਿਵਾਈਸਿਸ ਹੁੰਦੇ ਆ, ਉਹਨਾਂ ਨੂੰ ਆਪਸ ਵਿੱਚ ਕਨੈਕਟ ਕੀਤਾ ਜਾਂਦਾ ਗਾ, ਤਾਂ ਜੋ ਮਤਲਬ ਉਹ ਆਪਸ ਦੇ ਵਿੱਚ ਇਨਫੋਰਮੇਸ਼ਨ ਸ਼ੇਅਰ ਕਰ ਸਕਣ, ਠੀਕ ਹੈ। ਇਹਦਾ ਕੰਮ ਸਿਰਫ ਕੀ ਹੈ, ਜਿਵੇਂ ਕਿ ਇੰਟਰਨੈਟ ਆਫ ਟੈਕਨੋਲੋਜੀ ਥਿੰਗਸ ਦਾ ਉਦੇਸ਼ ਕੀ ਆ, ਮੇਨ ਏਮ ਕੀ ਆ? ਇਸ ਤਕਨੀਕ ਨੂੰ ਸਿਰਫ ਇੰਟਰਨੈਟ ਸਹਿਯੋਗੀ ਉਪਕਰਨ ਜਿਵੇਂ ਸਮਾਰਟਫੋਨ, ਟੈਬਲੇਟਸ ਹੋ ਗਏ, ਡੈਸਕਟਾਪ ਕੰਪਿਊਟਰ ਹੋ ਗਏ, ਲੈਪਟਾਪ ਆਦਿ ਨੂੰ ਕਨੈਕਟ ਕਰਨ ਤੱਕ ਹੀ ਸੀਮਤ ਨਹੀਂ, ਬਲਕਿ ਇਸ ਦਾ ਉਦੇਸ਼ ਗੈਰ ਇੰਟਰਨੈਟ ਸਹਿਯੋਗੀ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਉਪਕਰਨਾਂ ਜਿਵੇਂ AC, ਫਰਿੱਜ, TV ਖੇਤਰਾਂ ਵਿੱਚ ਮੋਟਰਾਂ ਆਦਿ ਦੇ ਸਟਾਰਟਰ ਆਦਿ ਨੂੰ ਜੋੜਨ ਨਾਲ ਵੀ ਸੰਬੰਧਿਤ ਹੈ। ਮਤਲਬ ਕਹਿਣ ਦਾ ਭਾਵ ਕਿ ਇਹ ਜਿਹਾ ਉਪਕਰਨ, ਇਹ ਜਿਹੇ ਡਿਵਾਈਸਿਸ ਲੈ ਕੇ ਆਉਣੇ ਜਿਨ੍ਹਾਂ ਨਾਲ
ਮਨੁੱਖੀ ਜੀਵਨ ਨੂੰ ਸੁਖਾਲਾ ਬਣਾਇਆ ਜਾ ਸਕੇ ਤਾਂ ਇਹ ਇੰਟਰਨੈਟ ਆਫ ਥਿੰਗਸ ਦੇ ਵਿੱਚ ਆ ਜਾਂਦਾ ਗਾ। ਕੀ ਇਹਦੇ ਕੀ ਲਾਭ ਨੇ? ਮਨੁੱਖੀ ਯਤਨਾਂ ਨੂੰ ਘੱਟ ਮਨੁੱਖ ਨੂੰ ਕੰਮ ਕਰਨ ਦੀ ਲੋੜ ਨਹੀਂ ਹੈਗੀ। ਆਟੋਮੈਟਿਕ ਇਹੋ ਜਿਹੇ ਉਪਕਰਨ ਹੈਗੇ ਜੋ ਆਟੋਮੈਟਿਕਲੀ ਕੰਮ ਕਰਦੇ ਰਹਿੰਦੇ ਆ। ਸੁਰੱਖਿਆ ਵਿੱਚ ਸੁਧਾਰ ਕਰਨਾ, ਆਟੋਮੈਟਿਕ ਸੁਰੱਖਿਅਤ ਹੁੰਦੇ ਆ, ਸਮੇਂ ਦੀ ਬੱਚਤ ਕਰਦੇ ਆ, ਵਧੀਆ ਪ੍ਰਬੰਧਨ ਹੁੰਦਾ ਗਾ, ਸਾਧਨਾਂ ਦੇ ਉਪਕਰਨ ਦੀ ਕੁਸ਼ਲ ਵਰਤੋਂ ਕੀਤੀ ਜਾਂਦੀ ਆ। ਜਿਹੜੇ ਸਾਧਨ ਜਿਹੇ ਜਿਹੇ ਵੀ ਹੈਗੇ ਉਹਨਾਂ ਨੂੰ ਸਹੀ ਤਰੀਕੇ ਨਾਲ ਯੂਜ਼ ਕੀਤਾ, ਆਪਸੀ ਤਾਲਮੇਲ ਕੀਤਾ ਜਾਂਦਾ ਗਾ। ਠੀਕ ਆ। ਪਰਿਵਾਰ ਦੇ ਮੈਂਬਰ ਆਪਸ ਦੇ ਵਿੱਚ ਕੈਮਰੇ ਆਦਿ ਦੀ ਹੈਲਪ ਨਾਲ ਇੱਕ ਦੂਸਰੇ ਨਾਲ ਜੁੜੇ ਰਹਿੰਦੇ ਹਨ। ਬਿਜਲੀ ਅਤੇ ਊਰਜਾ ਦੀ ਸੁਚੱਜੀ ਵਰਤੋਂ ਕੀਤੀ ਜਾਂਦੀ ਇਹਦੇ ਵਿੱਚ। ਅੱਗੇ ਹੈਗੀ ਮਲਟੀਮੀਡੀਆ ਟੈਕਨੋਲੋਜੀ। ਮਲਟੀਮੀਡੀਆ ਟੈਕਨੋਲੋਜੀ ਦੇ ਵਿੱਚ ਵੀ ਟੈਕਨੋਲੋਜੀਜ਼ ਨੇ, ਤਕਨੀਕਾਂ ਸ਼ਾਮਲ ਨੇ ਜਿਹਨਾਂ ਦਾ ਕੰਮ ਕੀ ਹੁੰਦਾ, ਮਲਟੀਮੀਡੀਆ ਸਮੱਗਰੀ ਨੂੰ ਬਣਾਉਣ ਜਾਂ ਪ੍ਰਦਰਸ਼ਨ ਕਰਨ ਲਈ ਕੀਤਾ ਜਾਂਦਾ ਹੈ। ਆਮ ਤੌਰ 'ਤੇ ਐਪਲੀਕੇਸ਼ਨ ਸੋਫਟਵੇਅਰ ਵਿੱਚ ਚਿੱਤਰ, ਜਿਵੇਂ ਹੁਣ ਐਪਲੀਕੇਸ਼ਨਸ ਬਹੁਤ ਨੇ, ਐਪਲੀਕੇਸ਼ਨਸ ਨੇ ਵਿੱਚ ਫੋਟੋਜ਼ ਆਉਂਦੀਆਂ ਨੇ, ਆਡੀਓਜ਼, ਵੀਡੀਓਜ਼, ਟੈਕਸਟ ਹੁੰਦੇ ਨਾ, ਅਲੱਗ-ਅਲੱਗ ਮਤਲਬ ਕੰਬੀਨੇਸ਼ਨ ਹੁੰਦਾ। ਤਾਂ ਇਹ ਕਿਵੇਂ ਮਤਲਬ ਸੰਭਵ ਆ? ਇਹ ਮਲਟੀਮੀਡੀਆ ਤਕਨੀਕ ਨਾਲ ਹੀ ਸੰਭਵ ਆ। ਮਲਟੀਮੀਡੀਆ ਤਕਨੀਕ ਵਿੱਚ ਇਹ ਇੰਟਰੈਕਟਿਵ ਕੰਪਿਊਟਰ ਆਧਾਰਿਤ ਐਪਲੀਕੇਸ਼ਨ ਸ਼ਾਮਿਲ ਹੈ ਜੋ ਕਿ ਲੋਕਾਂ ਨੂੰ ਡਿਜੀਟਲ ਅਤੇ ਪ੍ਰਿੰਟ ਮਾਧਿਅਮ ਵਿੱਚ ਸੂਚਨਾ ਦਾ ਆਦਾਨ ਪ੍ਰਦਾਨ ਕਰਨ ਦੀ ਆਗਿਆ ਦਿੰਦੀ ਹੈ। ਮਲਟੀਮੀਡੀਆ ਦੇ ਕੀ ਲਾਭ ਨੇ? ਸਿੱਖਣ ਵਿੱਚ ਦੀ ਸਮਰੱਥਾ ਵਿੱਚ ਵਾਧਾ ਕਰਦੀ ਆ, ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ, ਵਧੇਰੇ ਆਕਰਸ਼ਕ ਆ, ਟ੍ਰੇਨਿੰਗ ਖਰਚ ਘੱਟ ਹੁੰਦਾ, ਵਰਤੋਂ ਕਰਨ ਵਿੱਚ ਸੌਖਾ ਗਾ, ਉੱਚ ਗੁਣਵੱਤਾ ਲਈ ਪੇਸ਼ਕਰੀ ਪ੍ਰਦਾਨ ਕਰਦਾ ਹੈ, ਰਚਨਾਤਮਕ ਹੁੰਦਾ। ਅੱਗੇ ਹੈ ਜੀ ਕਲਾਊਡ ਕੰਪਿਊਟਿੰਗ। ਕਲਾਊਡ ਕੰਪਿਊਟਿੰਗ ਕੀ ਹੁੰਦੀ ਆ? ਇੱਦਾਂ ਦੇ ਇਹ ਸਾਨੂੰ ਇੰਟਰਨੈਟ ਦੀ ਹੈਲਪ ਨਾਲ ਹੀ ਹੁੰਦੀ ਹੈ। ਇੰਟਰਨੈਟ ਦੀ ਹੈਲਪ ਨਾਲ ਐਪਲੀਕੇਸ਼ਨ ਸਾਧਨਾਂ ਉਪਕਰਨਾਂ ਨੂੰ ਵਰਤਣ ਦੀ ਆਗਿਆ ਦਿੰਦੀ ਹੈ। ਇਹ ਸਾਨੂੰ ਐਪਲੀਕੇਸ਼ਨ ਨੂੰ ਔਨਲਾਈਨ ਤਿਆਰ ਕਰਨ, ਕਨਫਿਗਰ ਕਰਨ, ਕਸਟਮਾਈਜ਼ ਕਰਨ, ਉਹਨਾਂ ਦੀ ਅਨੁਕੂਲਿਤ ਵਰਤੋਂ ਕਰਨ ਵਿੱਚ ਸਹਾਈ ਹੁੰਦਾ ਹੈ। ਕਲਾਊਡ ਕੰਪਿਊਟਰ ਦੇ ਕੁਝ ਕਿਸਮਾਂ ਕਹਿਣ ਦਾ ਭਾਵ ਕੀ ਆ ਕਿ ਮਤਲਬ ਕਿਹੜੇ ਉਪਕਰਨ ਡਿਵਾਈਸਿਸ ਤਿਆਰ ਹੁੰਦੇ ਆ, ਇੰਟਰਨੈਟ ਦੀ ਹੈਲਪ ਨਾਲ ਤਿਆਰ ਕੀਤੇ ਜਾਂਦੇ ਆ, ਉਹਨਾਂ ਨੂੰ ਔਨਲਾਈਨ ਤਿਆਰ ਕਰਨਾ, ਉਹਨਾਂ ਨੂੰ ਕਨਫਿਗਰ ਕਰਨਾ, ਕਸਟਮਾਈਜ਼ ਕਰਨਾ, ਇਹ ਸਾਰਾ ਕੁਛ ਕਿਹਦਾ ਕੰਮ ਆ? ਕਲਾਊਡ ਕੰਪਿਊਟਿੰਗ 'ਚ ਆ ਜਾਂਦਾ ਗਾ। ਕਲਾਊਡ ਦੋ ਤਰ੍ਹਾਂ ਦੀ ਹੁੰਦੀ ਹੈ, ਕਲਾਊਡ ਪ੍ਰਿੰਟਿੰਗ ਅਤੇ ਕਲਾਊਡ ਸਟੋਰੇਜ। ਕਲਾਊਡ ਪ੍ਰਿੰਟਿੰਗ ਕੀ ਹੁੰਦਾ ਗਾ? ਡਿਜੀਟਲ ਡਿਵਾਈਸ ਜਿਵੇਂ ਕਿ ਸਮਾਰਟਫੋਨਸ ਹੋ ਗਏ, ਡਿਜੀਟਲ ਡਿਵਾਈਸਿਸ ਕਿਹੜੇ ਆ? ਸਮਾਰਟਫੋਨ, ਲੈਪਟਾਪ, ਟੈਬਲੇਟਸ ਨੂੰ ਪ੍ਰਿੰਟਰ ਨਾਲ ਜੋੜ ਦਿੰਦੇ ਆ। ਕਲਾਊਡ ਪ੍ਰਿੰਟਿੰਗ ਐਪਸ ਸਮਾਰਟਫੋਨ ਅਤੇ ਟੈਬਲੇਟਸ ਲਈ ਉਪਲਬਧ ਹਨ ਜੋ ਲਗਭਗ ਕਿਸੇ ਵੀ ਪ੍ਰਿੰਟਰ ਨਾਲ ਕੰਮ ਕਰ ਸਕਦੇ ਹਨ। ਕਲਾਊਡ ਸਟੋਰੇਜ ਵਿੱਚ ਕੀ ਹੁੰਦਾ? ਕਲਾਊਡ ਸਟੋਰੇਜ ਡਾਟਾ ਅਤੇ ਸੂਚਨਾਵਾਂ ਨੂੰ ਔਨਲਾਈਨ ਸੇਵ ਕਰਨ ਦਾ। ਸਟੋਰੇਜ ਦਾ ਕੰਮ ਕੀ ਹੁੰਦਾ? ਤੁਸੀਂ ਦੇਖੋ ਆਪਣੇ ਫੋਨ ਦੇ ਵਿੱਚ ਆਪਦੀ ਸਟੋਰੇਜ ਹੁੰਦੀ ਹੈ ਨਾ, ਮੈਮਰੀ ਹੁੰਦੀ ਆ ਆਪਦੀ, ਬਟ ਤੁਸੀਂ ਔਨਲਾਈਨ ਵੀ ਆਪਣਾ ਡਾਟਾ ਸਟੋਰ ਕਰਕੇ ਰੱਖ ਸਕਦੇ ਹੋ। ਬਟ ਉਹਦੇ ਵਾਸਤੇ ਤੁਹਾਨੂੰ ਕੀ ਆ, ਉਹ ਪਰਚੇਜ਼ ਕਰਨਾ ਪੈਂਦਾ। ਜਿੰਨੀ ਸਪੇਸ ਤੁਹਾਨੂੰ ਚਾਹੀਦੀ ਆ ਜਿਹਦੇ ਵਿੱਚ ਤੁਸੀਂ ਆਪਣਾ ਡਾਟਾ, ਆਪਣੀਆਂ ਫੋਟੋਜ਼, ਆਪਦੇ ਵੀਡੀਓ ਸੇਵ ਕਰਨਾ, ਤਾਂ ਤੁਸੀਂ ਔਨਲਾਈਨ ਵੀ ਉਹਨਾਂ ਨੂੰ ਆਪਣੇ ਫੋਨ ਤੋਂ ਇਲਾਵਾ ਔਨਲਾਈਨ ਵੀ ਤੁਸੀਂ ਸੇਵ ਕਰ ਸਕਦੇ ਹੋ। ਬਟ ਉਹਦੇ ਵਾਸਤੇ ਉਹ ਜਿੰਨੀ ਸਪੇਸ ਤੁਹਾਨੂੰ ਰਿਕੁਆਇਰਮੈਂਟ ਹੈਗੀ ਉਹ ਤੁਹਾਨੂੰ ਪੇਡ ਕਰ ਮਤਲਬ ਕਿ ਬਾਏ ਕਰਨੀ ਪੈਂਦੀ ਆ। ਕਲਾਊਡ ਸਟੋਰੇਜ ਦੇ ਕੀ ਲਾਭ ਨੇ? ਕਿਸੇ ਵੀ ਕਲਾਊਡ ਸਟੋਰੇਜ ਜੇ ਹੈਗੀ ਆ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਤੁਹਾਡਾ ਅਸੈਸਬਿਲਿਟੀ ਕਰ ਸਕਦੇ ਤੁਸੀਂ, ਮਤਲਬ ਕਿ ਯੂਜ਼ ਕਰ ਸਕਦੇ ਹੋ। ਕੁਸ਼ਲਤਾ ਨੂੰ ਵਧਾਉਂਦਾ, ਕੰਮ ਦੀ ਕੁਸ਼ਲਤਾ, ਪਬਲਿਕ ਫਾਈਲ ਸ਼ੇਅਰਿੰਗ ਹੋ ਜਾਂਦੀ ਆ। ਸਾਡੀ ਆਪਣੀ ਸੁਵਿਧਾ ਅਨੁਸਾਰ ਰਿਮੋਟ ਡਾਟਾ ਬੈਕਅਪ ਆ। ਠੀਕ ਹੈ, ਜਿਹੇ ਜੀ ਤੁਸੀਂ ਜਿਵੇਂ ਚਾਹੁੰਦੇ ਹੋ ਸੁਵਿਧਾ ਅਨੁਸਾਰ ਬੈਕਅਪ ਰੱਖ ਸਕਦੇ ਹੋ ਆਪਣੇ ਡਾਟਾ ਦਾ। ਰਿਕਵਰੀ ਵਗੈਰਾ ਈਜ਼ੀਲੀ ਹੈ, ਜੇ ਕੁਛ ਤੁਹਾਡੇ ਡਾਟਾ ਦੇ ਵਿੱਚ ਜਾਂ ਤੁਹਾਡੀ ਜੋ ਰਿਕਾਰਡ ਰੱਖੇ ਹੋਏ ਆ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ, ਬਟ ਔਨਲਾਈਨ ਜੇ ਤੁਸੀਂ ਡਾਟਾ ਸਟੋਰ ਕੀਤਾ ਹੈਗਾ ਕਲਾਊਡ ਸਟੋਰੇਜ ਦੀ ਹੈਲਪ ਨਾਲ ਤਾਂ ਉਹ ਸੇਫ ਆ। ਠੀਕ ਹੈ ਜੀ, ਇਹ ਸੀਗੇ ਕਲਾਊਡ ਕੰਪਿਊਟਿੰਗ। ਤਾਂ ਇਹ ਰਾਜੀ ਆਪਣਾ ਚੈਪਟਰ ਖਤਮ ਹੋ ਰਿਹਾ ਹੈਗਾ, 4th ਚੈਪਟਰ। ਇਸ ਤੋਂ ਬਾਅਦ ਆਪਣਾ 5th ਚੈਪਟਰ ਸਟਾਰਟ ਹੋ ਜਾਏਗਾ। ਹੁਣ 4th ਚੈਪਟਰ ਦੇ ਵਿੱਚ ਜੇ ਕਿਸੇ ਵੀ ਸਟੂਡੈਂਟਸ ਨੂੰ ਕੋਈ ਡਾਊਟਸ ਹੈਗੇ ਆ ਤਾਂ ਪਲੀਜ਼ ਮੈਨੂੰ ਪੁੱਛ ਸਕਦੇ ਹੋ, ਮਤਲਬ ਕਿ ਮੈਸੇਜ ਕਰ ਸਕਦੇ, ਗਰੁੱਪ ਦੇ ਵਿੱਚ ਕਾਲ ਕਰ ਸਕਦੇ ਹੋ। ਇਸ ਤੋਂ ਬਾਅਦ ਥੋੜਾ ਅਗਲੇ ਹਫਤੇ ਇਸ ਚੈਪਟਰ ਦੇ ਵਿੱਚੋਂ ਟੈਸਟ ਹੋਏਗਾ, ਕਿਸੇ ਵੀ ਦਿਨ ਹੋ ਸਕਦਾ ਗਾ, ਸਰਪ੍ਰਾਈਜ਼ ਟੈਸਟ ਹੋਏਗਾ। ਠੀਕ ਹੈ ਰਾਜੀ, ਥੈਂਕ ਯੂ ਸੋ ਮਚ।